ਹੈਲੋ एवरीवन ਵੈਲਕਮ ਟੂ ਕੈਮਿਸਟਰੀ ਰੀਅਲ। ਅੱਜ ਬੇਟੇ ਆਪਾਂ ਕਲਾਸ +1 ਦਾ ਚੈਪਟਰ ਥਰਮੋਡਾਇਨਾਮਿਕਸ ਸਟਾਰਟ ਕਰਨਾ ਹੈ। ਸੋ ਇਸ ਵੀਡੀਓ ਲੈਕਚਰ ਦੀ ਬੇਟਾ ਪ੍ਰੀਮੀਅਰ ਤੁਸੀਂ ਦੇਖੋਗੇ। ਪ੍ਰੀਮੀਅਰ ਔਰ ਲਾਈਵ ਕਲਾਸ ਦੇ ਵਿੱਚ ਸਿਰਫ ਇੰਨਾ ਕੁ ਫਰਕ ਹੁੰਦਾ ਹੈ ਕਿ ਲਾਈਵ ਕਲਾਸ ਦੇ ਵਿੱਚ ਟੀਚਰ ਰਿਸਪੌਂਸਸ ਦੇ ਅਕੋਰਡਿੰਗਲੀ ਪੜ੍ਹਾਉਂਦਾ ਹੈ ਤੇ ਪ੍ਰੀਮੀਅਰ ਦੇ ਵਿੱਚ ਲੈਕਚਰ ਰਿਕਾਰਡਡ ਹੁੰਦਾ ਹੈ, ਬਟ ਤੁਸੀਂ ਉੱਥੇ ਲਾਈਵ ਚੈਟ ਕਰ ਸਕਦੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਪੁਆਇੰਟ ਤੇ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਉਹ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਤੇ ਕੈਮਿਸਟਰੀ ਰੀਅਲ ਦੀ ਤਰਫ ਤੋਂ ਤੁਹਾਨੂੰ ਆਨਸਰ ਕੀਤਾ ਜਾਏਗਾ। ਠੀਕ ਹੈ। ਸੋ ਦੂਸਰੀ ਚੀਜ਼ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਬੇਟਾ ਕਿ ਰਿਟਨ ਪ੍ਰੈਕਟਿਸ ਤੁਹਾਡੀ ਕਾਫੀ ਖਤਮ ਹੋ ਚੁੱਕੀ ਹੈ ਤੇ ਸਬਜੈਕਟਿਵ ਪੇਪਰ ਦੇ ਲਈ ਰਿਟਨ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਤਾਂ ਕਾਪੀ ਪੈਨ ਆਪਣਾ पकड़ के बैठो और जो जो पॉइंट समझाए जा रहे हैं उन्होंने नोट करो। हालांकि नोट्स जेड़े है एज यूजुअल दिया सिंह द्वारा लिखे गए हैं ते ਤੁਹਾਨੂੰ ਉਹ PDF ਫਾਰਮ ਦੇ ਵਿੱਚ ਵੀ ਅਵੇਲੇਬਲ ਹੋਣਗੇ, ਬਟ ਓਨਲੀ ਐਟ ਦੀ ਟੈਲੀਗ੍ਰਾਮ ਚੈਨਲ। ਸੋ ਪਲੀਜ਼ ਜੁਆਇਨ ਦ ਟੈਲੀਗ੍ਰਾਮ ਚੈਨਲ। ਐਂਡ ਵਨ ਮੋਰ ਥਿੰਗ, ਤੁਸੀਂ ਸਾਰੇ ਸਟੂਡੈਂਟਸ ਨੇ ਬੇਟੇ ਆਪਣਾ ਜਿਹੜਾ ਰੂਟੀਨ ਹੈ ਉਹਦੇ ਵਿੱਚ ਰਿਟਨ ਪ੍ਰੈਕਟਿਸ ਨੂੰ ਇੱਕ ਇੰਪੋਰਟੈਂਟ ਪਾਰਟ ਦੀ ਤਰ੍ਹਾਂ ਸ਼ੁਰੂ ਕਰਨਾ ਹੈ ਤੇ ਕੰਟੀਨਿਊ ਕਰਨਾ ਹੈ। ਮੈਕਸਿਮਮ ਰਾਈਟਿੰਗ ਪ੍ਰੈਕਟਿਸ ਕਰੋ। ਸੋ ਜਿਹੜੇ PDF ਨੋਟਸ ਦੇ ਰਹੀ ਹੈ ਨਾ, ਉਹ ਆਈ ਵਿਲ ਟਰਾਈ ਕਿ ਲਾਸਟ ਲੈਕਚਰ ਤੇ ਕੰਪਲੀਟ ਚੈਪਟਰ ਦੇ ਦਿੱਤੇ ਜਾਣ। ਅਦਰਵਾਈਜ਼ ਚੈਪਟਰ ਦੇ ਜਿੰਨੇ ਪਾਰਟਸ 'ਚ ਲੈਕਚਰਸ ਹੋਣਗੇ ਉਸ ਤਰ੍ਹਾਂ ਤੁਹਾਨੂੰ 2-2 3-3 ਪੇजेस ਕਰਕੇ ਵੀ ਮਿਲਣਗੇ, ਬਟ ਆਈ ਵੁੱਡ ਪ੍ਰੈਫਰ ਕਿ PDF ਤੇ ਤੁਸੀਂ ਪ੍ਰਿੰਟ ਆਊਟਸ ਨਾ ਨਿਕਲਵਾਓ, ਤੁਸੀਂ ਰਿਟਨ ਉਹਨੂੰ ਕਾਪੀ ਕਰੋ। ਸੋ ਵਿਦਆਊਟ ਵੇਸਟਿੰਗ ਮਚ ਟਾਈਮ ਲੈਟਸ ਬਿਗਿਨ ਵਿਦ ਦ ਚੈਪਟਰ ਥਰਮੋਡਾਇਨਾਮਿਕਸ। ਅੱਜ ਆਪਾਂ ਉਹਦੀ ਇੰਟਰੋਡਕਟਰੀ ਪਾਰਟ ਸਟੱਡੀ ਕਰਨਾ ਹੈ। ਸੋ ਸਭ ਤੋਂ ਪਹਿਲਾਂ ਚੈਪਟਰ ਦਾ ਨਾਮ ਥਰਮੋਡਾਇਨਾਮਿਕਸ, ਆਪਾਂ ਇਹਦੀ ਡੈਫੀਨੇਸ਼ਨ ਅੰਡਰਸਟੈਂਡ ਕਰਨੀ ਹੈ। ਥਰਮੋਡਾਇਨਾਮਿਕਸ means study of different forms of energy और उन्हां दियां interconversions ते flow of energy। इन्हां तीन चीज़ां नूं किहड़ियां-किहड़ियां forms of energy हैं, आपस चों किवें interconvert हुंदी है ते एनर्जी किवें flow करदी है। thermodynamics सानू help करदी है नंबर 1 in predicting feasibility of reaction, मतलब कि किसी खास टेम्परेचर प्रेशर कंडीशन ते कुछ रिएक्शन पॉसिबल होएगी या नहीं होएगी। इस तो इलावा सेकेंडली थर्मोडायनामिक्स सानू हेल्प करती है इन प्रिडिक्टिंग द एक्सटेंट ऑफ केमिकल रिएक्शन, मतलब किस हद तक रिएक्शन होएगी ये प्रिडिक्ट करन दे विच। तीसरी चीज जिथे सानू थर्मोडायनामिक्स मदद करती है वो है इन प्रिडिक्टिंग, मतलब पहला ही गैस लगा लेना कि ਕਿਹੜੀ ਫੋਰਸ ਪਾਰਟਿਕੂਲਰ ਕੈਮੀਕਲ ਪ੍ਰੋਸੈਸ ਨੂੰ ਡਰਾਈਵ ਕਰੇਗੀ, ਕਿਸ ਫੋਰਸ ਕਰਕੇ ਕੋਈ ਪਾਰਟਿਕੂਲਰ ਕੈਮੀਕਲ ਪ੍ਰੋਸੈਸ ਜਿਹੜਾ ਹੈ ਉਹ ਹੋਏਗਾ। ਇਸ ਦੇ ਬਾਅਦ ਅਸੀਂ ਕੁਝ ਇੰਪੋਰਟੈਂਟ ਥਰਮੋਡਾਇਨਾਮਿਕ ਟਰਮਸ ਸਟੱਡੀ ਕਰਨੀ ਹੈ। ਫਰਸਟ ਟਰਮ ਹੈ ਸਿਸਟਮ। ਸਿਸਟਮ ਦਾ ਮਤਲਬ ਕੀ ਹੁੰਦਾ ਹੈ ਕਿ ਯੂਨੀਵਰਸ ਦਾ ਉਹ ਸਪੈਸੀਫਿਕ ਪਾਰਟ, ਉਹ ਖੇਤਰ ਜਿਹੜਾ ਅਸੀਂ एनर्जी चेंजेस वास्ते ऑब्जर्व करते हैं उन्होंने असी कहने हैं सिस्टम। और सिस्टम दे आले दुआले जो कुछ भी है जो सिस्टम नू प्रभावित कर सकता है उन्होंने असी कहने हैं सराउंडिंग्स। ते बाउंड्री की चीज होंदी है, जो भी सरफेस सिस्टम ते सराउंडिंग्स नू सैपरेट करती है उन्होंने असी कहते हैं बाउंड्री। सो कहने का मतलब यह है कि सिस्टम ते सराउंडिंग्स वो मिलके बनाते हैं यूनीवर्स। यूनीवर्स का वो हिस्सा जिहड़ा ऑब्जरवेशन दे विच है उन्होंने आपां कहांगे सिस्टम, और सिस्टम का जो आला दुआला है उन्होंने आपां कहांगे सराउंडिंग्स। सपोज दिस इज द सिस्टम, दिस इज द पार्ट ऑफ यूनीवर्स जिहड़ा असीं स्टडी कर रहे हैं, तो इनू आपां सिस्टम कह रहे हैं, और जो कुछ भी उसका आला दुआला है उन्होंने आपां कहने हैं सराउंडिंग। ते इन्हां नूं सैपरेट करन वाली सरफेस नूं असीं नाम दिन्ने हैं बाउंड्री दा। ओके, सो सब तो पहली टर्म जिहड़ी असीं थर्मोडायनामिक्स दे विच पढ़दे हैं दैट इज सिस्टम
एंड सराउंडिंग्स। नेक्स्ट जो ਆਪਾਂ पढ़ने हैं दैट इज टाइप ऑफ सिस्टम। सो सिस्टम दियां 3 टाइप्स हैं, ओपन सिस्टम, क्लोज सिस्टम, आइसोलेटेड सिस्टम। ਇਹ ਕਾਦੇ ਤੇ ਆਧਾਰਿਤ ਹੈ? ਇਹ ਆਧਾਰਿਤ ਹੈ ਕਿ ਸਿਸਟਮ ਔਰ ਸਰਾਊਂਡਿੰਗ ਦੇ ਵਿਚਕਾਰ એનર્ਜੀ ਤੇ ਮੈਟਰ ਕਿੰਨਾ ਐਕਸਚੇਂਜ ਹੋ ਰਿਹਾ ਹੈ, ਆਦਾਨ ਪ੍ਰਦਾਨ ਕਿੰਨਾ ਹੋ ਰਿਹਾ ਹੈ। ਸੋ ਓਪਨ ਸਿਸਟਮ ਦੇ ਵਿੱਚ એનર્ਜੀ ਤੇ ਮੈਟਰ ਉਹਨਾਂ ਦੋਨਾਂ ਦੀ ਐਕਸਚੇਂਜ ਸਿਸਟਮ ਔਰ ਸਰਾਊਂਡਿੰਗ ਦੇ ਵਿਚਕਾਰ ਸੰਭਵ ਹੈ। ਪਰ ਕਲੋਜ਼ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਕਿ ਮੈਟਰ ਦੀ ਐਕਸਚੇਂਜ ਤਾਂ ਨਹੀਂ ਹੁੰਦੀ, ਪਰ એનર્ਜੀ ਦੀ ਐਕਸਚੇਂਜ ਜਿਹੜੀ ਹੈ ਉਹ ਹੋ ਸਕਦੀ ਹੈ। ਮੈਟਰ ਦੀ ਕੋਈ ਐਕਸਚੇਂਜ ਨਹੀਂ ਹੁੰਦੀ, ਬਟ એનર્ਜੀ ਦੀ ਐਕਸਚੇਂਜ ਪੋਸੀਬਲ ਹੈ। ਇਹਨੂੰ ਆਪਾਂ ਕਹਿੰਦੇ ਆ ਕਲੋਜ਼ ਸਿਸਟਮ। ਆਈਸੋਲੇਟਡ ਸਿਸਟਮ ਦੇ ਵਿੱਚ ਨਾ ਤਾਂ એનર્ਜੀ ਨੇ ਐਕਸਚੇਂਜ ਹੋਣਾ ਹੈ ਤੇ ਨਾ ਹੀ ਮੈਟਰ ਨੇ ਐਕਸਚੇਂਜ ਹੋਣਾ ਹੈ। ਸੋ ਇਹਦੇ ਲਈ ਆਪਾਂ ਇੱਕ ਐਗਜ਼ਾਮਪਲ ਲੈ ਕੇ ਫਿਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਐਗਜ਼ਾਮਪਲ ਦੇ ਵਿੱਚ ਆਪਾਂ ਬੇਟੇ ਇੱਕ ਟੀ ਕੱਪ ਜਾਂ ਇਹ ਸਮਝ ਲਓ ਕਿਸੇ ਬੀਕਰ ਦੇ ਵਿੱਚ ਆਪਾਂ ਗਰਮ ਪਾਣੀ ਲਿੱਤਾ ਹੈ, ਠੀਕ। ਸੋ ਇਸ ਗਰਮ ਪਾਣੀ ਚੋਂ ਭਾਫ ਨਿਕਲ ਰਹੀ ਹੈ। ਸੋ ਦਿਸ ਇਜ਼ hot water in a beaker, okay। ਨੈਕਸਟ ਕੇਸ ਦੇ ਵਿੱਚ ਅਸੀਂ ਫੇਰ ਬੀਕਰ ਦੇ ਵਿੱਚ ਗਰਮ ਪਾਣੀ ਲੈ ਲੈਣਾ ਹੈ ਤੇ ਇਸ ਦੇ ਵਿੱਚ ਫਰਕ ਕੀ ਆਣਾ ਹੈ ਕਿ ਅਸੀਂ ਇਸ ਬੀਕਰ ਨੂੰ ਕਵਰ ਕਰ ਦੇਣਾ ਹੈ ਵਿਦ ਸਮ ਲਿਡ, ਠੀਕ ਹੈ। ਇਹਨੂੰ ਢੱਕਣ ਦੇ ਨਾਲ ਆਪਾਂ ਪ੍ਰੋਪਰਲੀ ਢੱਕ ਦਿੱਤਾ। ਤੀਸਰੇ ਕੇਸ ਦੇ ਵਿੱਚ ਆਪਾਂ ਬੀਕਰ ਦੇ ਵਿੱਚ ਫੇਰ ਪਾਣੀ ਲੈ ਲਿਆ, ਗਰਮ ਪਾਣੀ, ਠੀਕ। ਤੇ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਇਸ ਬੀਕਰ ਨੂੰ ਨਾ ਸਿਰਫ ਢੱਕਿਆ ਬਲਕਿ ਇਹਨੂੰ ਇੱਕ ਥਰਮਸ ਫਲਾਸਕ ਦੇ ਵਿੱਚ ਰੱਖਤਾ। ਥਰਮਸ ਫਲਾਸਕ ਜਿੰਦੇ ਵਿੱਚ ਸਾਨੂੰ ਪਤਾ ਹੈ ਕਿ ਜੇ ਗਰਮ ਚਾਹ ਰੱਖੀਏ ਜਾਂ ਗਰਮ ਦੁੱਧ ਰੱਖੀਏ, ਕੋਈ ਵੀ ਗਰਮ ਲਿਕੁਇਡ ਰੱਖੀਏ ਤਾਂ ਉਹ ਗਰਮ ਹੀ ਰਹਿੰਦਾ ਹੈ, ਠੀਕ ਹੈ। ਸੋ ਇਹਨਾਂ 3 ਸਿਸਟਮਸ ਨੂੰ ਆਪਾਂ ਜੇ ਸਟੱਡੀ ਕਰੀਏ ਤਾਂ ਅਸੀਂ ਇਹ ਦੇਖਦੇ ਹਾਂ ਕਿ ਸਰਾਊਂਡਿੰਗਸ ਦੇ ਵਿਚਕਾਰ, ਸਰਾਊਂਡਿੰਗਸ ਔਰ ਸਿਸਟਮ ਦੇ ਵਿਚਕਾਰ ਕੀ ਕੁਝ ਐਕਸਚੇਂਜ ਕੀਤਾ ਜਾ ਸਕਦਾ ਹੈ? એનર્ਜੀ ਐਕਸਚੇਂਜ ਹੋ ਸਕਦੀ ਹੈ, ਯੈਸ। ਔਰ ਮੈਟਰ ਹੋ ਸਕਦਾ ਹੈ ਬਾਹਰੋਂ ਦੀ ਕੋਈ ਪਾਰਟੀਕਲ ਅੰਦਰ ਗਿਰ ਜਾਏ, ਜਾਂ ਆਪਾਂ ਸ਼ੂਗਰ ਐਡ ਕਰਤੀ, ਸਪੋਜ਼ ਸਾਲਟ ਐਡ ਕਰਤਾ, ਐਨੀਥਿੰਗ ਕੈਨ ਐਂਟਰ ਦ ਸਿਸਟਮ ਐਂਡ ਵਾਟਰ ਵੇਪਰ ਜਿਹੜੇ ਹੈ ਉਹ ਬਾਹਰ ਵੀ ਤਾਂ ਜਾ ਰਹੇ ਹੈ ਨਾ ਸਿਸਟਮ ਤੋਂ। ਤਾਂ ਮੈਟਰ ਜਿਹੜਾ ਹੈ ਦੈਟ ਕੈਨ ਲੀਵ ਦ ਸਿਸਟਮ, ਮੈਟਰ ਕੈਨ ਐਂਟਰ ਦ ਸਿਸਟਮ, ਠੀਕ। એનર્ਜੀ ਦੀ ਗੱਲ ਕਰੋ, ਜਿਹੜੀ ਬਾਹਰੋਂ ਦੀ ਜੇ ਇਹ ਸਿਸਟਮ ਦੇ ਵਿੱਚ ਆਪਾਂ ਕੁਝ ਸਪੋਜ਼ ਗਰਮ ਦੁੱਧ ਐਡ ਕਰਤਾ ਜਾਂ ਕੋਈ ਹੋਰ ਗਰਮ ਕੈਮੀਕਲ ਐਡ ਕਰਤਾ ਤਾਂ ਇਹ ਸਿਸਟਮ ਦਾ ਟੈਂਪਰੇਚਰ ਵੱਧ ਜਾਏਗਾ। ਤੇ ਇਸੇ ਤਰੀਕੇ ਨਾਲ ਜੇ ਅਸੀਂ ਕੁਝ ਨਹੀਂ ਵੀ ਐਡ ਕਰਦੇ ਤਾਂ ਇਹਦੀ ਹੀਟ ਤਾਂ ਬਾਹਰ ਨਿਕਲ ਹੀ ਰਹੀ ਹੈ। ਸੋ એનર્ਜੀ ਵੀ ਸਿਸਟਮ ਔਰ ਸਰਾਊਂਡਿੰਗ ਦੇ ਵਿਚਕਾਰ ਐਕਸਚੇਂਜ ਹੋ ਰਹੀ ਹੈ ਔਰ ਮੈਟਰ ਵੀ। ਤਾਂ ਐਦਾਂ ਦੇ ਸਿਸਟਮ ਨੂੰ ਆਪਾਂ ਕਵਾਂਗੇ ਓਪਨ ਸਿਸਟਮ। ਬਟ ਇੱਥੇ ਮੈਟਰ ਤਾਂ ਨਹੀਂ ਐਕਸਚੇਂਜ ਹੋ ਸਕਦਾ। ਮੈਟਰ ਕੈਨ ਨਾਟ ਬੀ ਐਕਸਚੇਂਜਡ ਬਿਟਵੀਨ ਸਿਸਟਮ ਐਂਡ ਸਰਾਊਂਡਿੰਗ। ਕੋਈ ਚੀਜ਼ ਨਾ ਤਾਂ ਅੰਦਰ ਜਾ ਸਕਦੀ ਹੈ ਨਾ ਹੀ ਅੰਦਰੋਂ ਦੀ ਕੋਈ ਚੀਜ਼ ਬਾਹਰ ਜਾ ਸਕਦੀ ਹੈ। ਮੈਟਰ ਨਹੀਂ ਐਕਸਚੇਂਜ ਹੋ ਸਕਦਾ, ਪਰ એનર્ਜੀ ਉਹ ਤਾਂ ਐਕਸਚੇਂਜ ਹੋ ਸਕਦੀ ਹੈ। Energy exchange is possible. So such a system is called closed system. And this system where we have taken a thermos flask. So ਇਸ ਦੇ ਵਿੱਚ ਬੇਟੇ ਨਾ ਤਾਂ એનર્ਜੀ ਤੇ ਨਾ ਹੀ ਮੈਟਰ ਸਿਸਟਮ ਔਰ ਸਰਾਊਂਡਿੰਗ ਦੇ ਵਿਚਕਾਰ ਐਕਸਚੇਂਜ ਨਹੀਂ ਹੋ ਸਕਦਾ। Such a system is called isolated system. So नेक्स्ट जो ਆਪਾਂ बेटा स्टडी करना है दैट इज ਇਹਦੇ ਵਿੱਚ ਬੇਟੇ ਜੋ ਆਪਾਂ ਯਾਦ ਰੱਖਣੀ ਹੈ ਨਾ that thing is example। ਜੇ ਆਪਾਂ hot water ਨੂੰ open container ਚ ਲੈ ਰਹੇ ਹਾਂ it is an example of open system। ਜੇ ਆਪਾਂ hot water ਨੂੰ closed container ਚ ਲੈ ਰਹੇ ਹਾਂ ਤਾਂ this is example of closed system। और जे ਆਪਾਂ हॉट वाटर ਨੂੰ ਥਰਮਸ ਫਲਾਸਕ ਚ ਲੈ ਰਹੇ ਹਾਂ ਤਾਂ ਇਟ ਇਜ਼ ਆਈਸੋਲੇਟਡ ਸਿਸਟਮ। ਇੱਥੇ ਤੁਸੀਂ ਥਰਮਸ ਫਲਾਸਕ ਇਹ ਪੁਆਇੰਟ ਯਾਦ ਰੱਖਣਾ ਹੈ। ਓਕੇ,
ਨਾਓ ਨੈਕਸਟ ਇਜ਼ ਕਿ ਸਟੇਟ ਫੰਕਸ਼ਨ ਕੀ ਹੁੰਦੇ ਆ। ਸੋ ਸਟੇਟ ਫੰਕਸ਼ਨ ਦਾ ਮਤਲਬ ਹੈ ਐਸੀ ਮੈਜ਼ਰੇਬਲ ਪ੍ਰੋਪਰਟੀ ਸਿਸਟਮ ਦੀ ਜਿਹੜੀ ਕੇਵਲ ਇਨੀਸ਼ੀਅਲ ਔਰ ਫਾਈਨਲ ਸਟੇਟ ਤੇ ਡਿਪੈਂਡ ਕਰੇ ਤੇ ਕਿਸ ਤਰੀਕੇ ਨਾਲ ਇਹ ਸਟੇਟ ਅਚੀਵ ਕੀਤੀ ਗਈ ਹੈ ਉਹਦੇ ਤੇ ਡਿਪੈਂਡ ਨਾ ਕਰੇ, ਉਹਨੂੰ ਕਿਹਾ ਜਾਂਦਾ ਹੈ ਸਟੇਟ ਫੰਕਸ਼ਨ। ਇਹਨੂੰ ਥੋੜਾ ਜਿਹਾ ਹੋਰ ਕਲੈਰੀਫਾਈ ਕਰਦੇ ਹਾਂ, ਥੋੜਾ ਜਿਹਾ ਹੋਰ ਸਮਝਦੇ ਹਾਂ ਕਿ ਇੱਥੇ ਸਟੇਟ ਫੰਕਸ਼ਨ ਦਾ ਮਤਲਬ ਕੀ ਹੈ। ਸੋ ਸਟੇਟ ਫੰਕਸ਼ਨ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਕਿਸੇ ਐਸੀ ਪ੍ਰੋਪਰਟੀ ਦੀ ਗੱਲ ਕਰਦੇ ਹਾਂ ਜੋ ਸਿਸਟਮ ਦੀ ਸਟੇਟ ਨੂੰ ਡਿਫਾਈਨ ਕਰ ਰਹੀ ਹੈ, ਜਿੰਦੇ ਬਦਲਣ ਨਾਲ ਸਿਸਟਮ ਦੀ ਸਟੇਟ ਬਦਲ ਜਾਏਗੀ। ਜਿਵੇਂ ਆਪਾਂ ਗੱਲ ਕਰੀਏ ਪ੍ਰੈਸ਼ਰ ਦੀ ਜਾਂ ਆਪਾਂ ਗੱਲ ਕਰੀਏ ਟੈਂਪਰੇਚਰ ਦੀ, ਜਦੋਂ ਆਪਾਂ ਸਿਸਟਮ ਦਾ ਟੈਂਪਰੇਚਰ ਬਦਲਦੇ ਹਾਂ ਤਾਂ ਸਿਸਟਮ ਦੀ ਸਟੇਟ ਚੇਂਜ ਹੋ ਜਾਂਦੀ ਹੈ, ਠੀਕ ਹੈ। ਸੋ ਸਟੇਟ ਫੰਕਸ਼ਨ ਇਹ ਹੋਇਆ ਜਿੰਦੇ ਬਦਲਣ ਦੇ ਨਾਲ ਸਿਸਟਮ ਦੀ ਸਟੇਟ ਚੇਂਜ ਹੋ ਜਾਏਗੀ। ਇੱਥੇ ਤੁਸੀਂ ਇੱਕ ਕਨਸੈਪਟ ਹੋਰ ਸਮਝਣਾ ਹੈ ਜਿਹਨੂੰ ਅਸੀਂ ਕਹਿੰਦੇ ਆ ਪਾਥ ਫੰਕਸ਼ਨ। ਪਾਥ ਫੰਕਸ਼ਨ ਕੀ ਹੁੰਦੇ ਆ? ਪਾਥ ਫੰਕਸ਼ਨ ਹੁੰਦੇ ਆ ਉਹ ਪ੍ਰੋਪਰਟੀਆਂ ਜਿਹੜੀਆਂ ਸਟੇਟ ਤੇ ਡਿਪੈਂਡ ਨਹੀਂ ਕਰਦੀਆਂ ਬਲਕਿ ਦੇ ਡਿਪੈਂਡ ਅਪਨ ਪਾਥ ਫੋਲੋਡ। ਹੁਣ ਇਸ ਚੀਜ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਥੇ ਕੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟੇਟ ਫੰਕਸ਼ਨ ਹੁੰਦਾ ਹੈ ਜਿਵੇਂ ਹੁਣ ਆਪਾਂ ਟੈਂਪਰੇਚਰ ਕਿਸੇ ਵਾਟਰ ਦਾ ਆਪਾਂ 200 ml ਵਾਟਰ ਲਿੱਤਾ, ਉਹਦਾ ਟੈਂਪਰੇਚਰ T1, ਠੀਕ ਹੈ। ਹੁਣ ਆਪਾਂ ਉਹਨੂੰ ਗਰਮ ਕਰਤਾ, ਚਾਹੇ ਉਹਨੂੰ ਚੁੱਲ੍ਹੇ ਤੇ ਰੱਖ ਕੇ ਗਰਮ ਕੀਤਾ ਤੇ ਚਾਹੇ ਉਹਨੂੰ ਇਲੈਕਟ੍ਰਿਸਿਟੀ ਦੇ ਨਾਲ ਗਰਮ ਕੀਤਾ, ਗੀਜ਼ਰ 'ਚ ਗਰਮ ਕੀਤਾ। ਪਹਿਲੇ ਪਾਣੀ ਦਾ ਟੈਂਪਰੇਚਰ T1 ਸੀ, ਹੁਣ ਪਾਣੀ ਦਾ ਟੈਂਪਰੇਚਰ T2 ਹੈ, ठीक है। पानी की स्टेट चेंज होगी। चेंज इन टेम्परेचर यानी कि डेल्टा टी इज इक्वल टू T2 माइनस T1। सो जी चेंज इन टेम्परेचर आई है या टेम्परेचर है, दे डू नॉट डिपेंड अपॉन पाथ, रादर दे डिपेंड अपॉन दी स्टेट। इनिशियल स्टेट की है, फाइनल स्टेट की है, ठीक है। सो ਜਦੋਂ ਇਨੀਸ਼ੀਅਲ ਔਰ ਫਾਈਨਲ ਸਟੇਟ ਤੇ ਕੋਈ ਚੀਜ਼ ਡਿਪੈਂਡ ਕਰਦੀ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਸਟੇਟ ਫੰਕਸ਼ਨ। ਪਰ ਜੇ ਕੋਈ ਚੀਜ਼ ਪਾਥ ਫੋਲੋਡ ਤੇ ਡਿਪੈਂਡ ਕਰਦੀ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਪਾਥ ਫੰਕਸ਼ਨ। ਹੁਣ ਫॉर ਐਗਜ਼ਾਮਪਲ ਆਪਾਂ ਵਰਕ ਲੈਂਦੇ ਹਾਂ, ਠੀਕ ਹੈ। ਸੋ ਵਰਕ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਕਿ ਇਲੈਕਟ੍ਰੀਕਲ ਵਰਕ ਹੋਇਆ ਹੈ ਜਾਂ ਮਕੈਨੀਕਲ ਵਰਕ ਹੋਇਆ ਹੈ, ਅਲੱਗ-ਅਲੱਗ ਫਾਰਮੂਲੇ ਹੈ ਉਹਦੇ, ਠੀਕ ਹੈ। ਸੋ work is path function, but temperature, pressure, they are state functions। state function ਹੋਰ ਕਿਹੜੇ-ਕਿਹੜੇ ਹੁੰਦੇ ਆ? temperature, pressure, volume, okay। ਇਸ ਤੋਂ ਇਲਾਵਾ enthalpy, entropy, ਜਿਹੜੇ ਸਾਰੇ ਹੈ ਇਹ state function ਹੈ। they depend only on initial and final state। They do not depend upon path followed, how the state is changed। path followed ਤੇ depend ਨਹੀਂ ਕਰਦੇ, okay। ਇਸ ਦੇ ਬਾਅਦ ਅਗਲੀ ਜਿਹੜੀ ਆਪਾਂ ਚੀਜ਼ ਸਟੱਡੀ ਕਰਨੀ ਹੈ that is extensive property and intensive property। so what is extensive property and what is intensive property? ਜਿਹੜੀਆਂ properties ਬੇਟਾ ਮਾਸ ਜਾਂ ਸਾਈਜ਼ ਤੇ ਡਿਪੈਂਡ ਕਰਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਆ ਐਕਸਟੈਂਸਿਵ ਪ੍ਰੋਪਰਟੀਜ਼। ਜਿਵੇਂ ਵੋਲਿਊਮ, ਹੀਟ ਕੈਪੈਸਿਟੀ, ਦੈਨ ਐਂਥੈਲਪੀ, ਦੈਨ ਫ੍ਰੀ એનર્ਜੀ, ਐਂਟਰੋਪੀ, ਇਹ ਸਾਰੀਆਂ ਐਕਸਟੈਂਸਿਵ ਪ੍ਰੋਪਰਟੀਜ਼ ਹੈ। ਔਰ ਇੰਟੈਂਸਿਵ ਪ੍ਰੋਪਰਟੀਜ਼ ਜਿਹੜੀਆਂ ਮਾਸ ਜਾਂ ਸਾਈਜ਼ ਆਫ ਸਿਸਟਮ ਤੇ ਡਿਪੈਂਡ ਨਹੀਂ ਕਰਦੀਆਂ, ਦੇ ਆਰ ਇੰਡੀਪੈਂਡੈਂਟ, ਇਹਨਾਂ ਨੂੰ ਆਪਾਂ ਕਹਿੰਦੇ ਆ ਇੰਟੈਂਸਿਵ ਪ੍ਰੋਪਰਟੀਜ਼। ਜਿਵੇਂ ਟੈਂਪਰੇਚਰ, ਪ੍ਰੈਸ਼ਰ, ਮੋਲਰ ਹੀਟ ਕੈਪੈਸਿਟੀ, ਸਪੈਸੀਫਿਕ ਹੀਟ ਕੈਪੈਸਿਟੀ, ਵਿਸਕੋਸਿਟੀ। ਹੁਣ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਇੱਕ ਵਾਰੀ ਦੁਬਾਰਾ ਸਮਝਦੇ ਹਾਂ ਕਿ ਐਕਸਟੈਂਸਿਵ ਪ੍ਰੋਪਰਟੀ ਕੀ ਹੁੰਦੀ ਹੈ ਤੇ ਇੰਟੈਂਸਿਵ ਪ੍ਰੋਪਰਟੀ ਕੀ ਹੁੰਦੀ ਹੈ। ਸੋ ਜਿਹੜੀਆਂ ਐਕਸਟੈਂਸਿਵ ਪ੍ਰੋਪਰਟੀਜ਼ ਹੈ, ਆਪਾਂ ਜਿਵੇਂ ਹੁਣੇ ਐਗਜ਼ਾਮਪਲ ਇਹਦੀ ਸਟੱਡੀ ਕੀਤੀ ਹੈ। ਐਕਸਟੈਂਸਿਵ ਪ੍ਰੋਪਰਟੀਜ਼ ਕਿਹੜੀਆਂ ਹੁੰਦੀਆਂ ਬੇਟੇ? ਉਹ ਪ੍ਰੋਪਰਟੀਜ਼ ਜਿਨ੍ਹਾਂ ਦੀ ਵੈਲਿਊ ਡਿਪੈਂਡ ਕਰਦੀ ਹੈ ਔਨ ਅਮਾਊਂਟ ਆਫ ਸਬਸਟੈਂਸ ਟੇਕਨ।
value depends upon amount of substance taken। मतलब ਆਪਾਂ ਸਿਸਟਮ ਦੇ ਵਿੱਚ ਕਿੰਨੀ ਅਮਾਉਂਟ ਲਿੱਤੀ ਹੈ ਜਿਹੜੀ ਉਸ ਚੀਜ਼ ਤੇ ਡਿਪੈਂਡ ਕਰੇਗੀ, ਉਹਨੂੰ ਆਪਾਂ ਕਵਾਂਗੇ ਐਕਸਟੈਂਸਿਵ ਪ੍ਰੋਪਰਟੀ। ਫॉर ਐਗਜ਼ਾਮਪਲ ਆਪਾਂ ਇੱਥੇ ਪਹਿਲਾਂ ਹੀ ਗੱਲ ਕੀਤੀ ਹੈ ਮਾਸ, ਵੋਲਿਊਮ। ਹੁਣ ਆਪਾਂ ਕਿਸੇ ਸਿਸਟਮ 'ਚ 20 ml ਵਾਟਰ ਲਿੱਤਾ ਹੈ ਜਾਂ 200 ml ਵਾਟਰ ਲਿੱਤਾ ਹੈ, ਸੋ ਵੋਲਿਊਮ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਵੀ ਅਸੀਂ ਕਿੰਨੀ ਚੀਜ਼ ਲਿੱਤੀ ਹੈ। ਇਟ ਡਿਪੈਂਡਸ ਅਪਨ ਅਮਾਉਂਟ ਆਫ ਸਬਸਟੈਂਸ ਟੇਕਨ ਇਨ ਦਾ ਸਿਸਟਮ। ਸੋ ਇੰਟੈਂਸਿਵ ਪ੍ਰੋਪਰਟੀ ਕੀ ਹੋਏਗੀ? ਇੰਟੈਂਸਿਵ ਪ੍ਰੋਪਰਟੀ ਹੁੰਦੀ ਹੈ ਕਿ ਜਦੋਂ ਕਿਸੇ ਸਬਸਟੈਂਸ ਦੀ ਨੇਚਰ ਤੇ ਪ੍ਰੋਪਰਟੀ ਡਿਪੈਂਡ ਕਰੇ, ਨਾ ਕਿ ਕਿੰਨੀ ਚੀਜ਼ ਲਿੱਤੀ ਹੈ। ਇਟ ਡਜ਼ ਨਾਟ ਡਿਪੈਂਡ ਅਪਨ ਅਮਾਉਂਟ। It does not depend upon the amount taken, okay, बल्कि it depends upon the nature। ਹੁਣ ਇੰਦੀ एग्जाम्पल ਆਪਾਂ ਲੈਣੇ ਆ ਜਿਹੜੀ ਤੁਹਾਨੂੰ ਸ਼ਾਇਦ ਗੱਲ ਸਮਝ ਆ ਜਾਵੇ। ਵਿਸਕੋਸਿਟੀ। ਵਿਸਕੋਸਿਟੀ ਕੀ ਹੁੰਦੀ ਹੈ? ਸਟੇਟਸ ਆਫ ਮੈਟਰ ਚ ਪੜਿਆ ਹੋਇਆ ਹੈ, ਗਾੜਾਪਨ, ਹੈ ਨਾ। ਸੋ ਸ਼ਹਿਦ ਦੀ ਜਿਹੜੀ ਵਿਸਕੋਸਿਟੀ ਹੈ, ਚਾਹੇ ਤੁਸੀਂ ਇੱਕ ਡ੍ਰੌਪ ਲੈ ਲਓ ਤੇ ਚਾਹੇ ਤੁਸੀਂ 1 ਕਿਲੋ ਚੀਜ਼ ਲੈ ਲਓ, ਵਿਸਕੋਸਿਟੀ ਤਾਂ ਉਨੀ ਰਹੇਗੀ। ਇਟ ਡਜ਼ ਨਾਟ ਡਿਪੈਂਡ ਅਪਨ ਅਮਾਉਂਟ ਟੇਕਨ। ਸੋ ਇੰਟੈਂਸਿਵ ਪ੍ਰੋਪਰਟੀਜ਼ ਜਿਹੜੀਆਂ ਹੈ ਦੇ ਆਰ ਇੰਡੀਪੈਂਡੈਂਟ ਆਫ ਅਮਾਉਂਟ ਟੇਕਨ, ਡਜ਼ ਨਾਟ depend on amount taken, they depend on only on nature of the substance। okay, so thermodynamic process ਕੀ ਚੀਜ਼ ਹੁੰਦੀ ਹੈ? ਕੋਈ ਵੀ ਸਿਸਟਮ ਜਦੋਂ ਅਸੀਂ ਅਬਜ਼ਰਵ ਕਰਦੇ ਹਾਂ ਤਾਂ ਇਟ ਅੰਡਰਗੋਜ਼ ਸਮ ਥਰਮੋਡਾਇਨਾਮਿਕ ਚੇਂਜ। ਤਾਂ ਉਸ ਚੇਂਜ ਦੇ ਵਿੱਚ ਅਸੀਂ ਕੀ ਪਾਰਟਿਕੂਲਰਲੀ ਨੋਟ ਕੀਤਾ? ਜੇ ਤਾਂ ਟੈਂਪਰੇਚਰ ਕਾਂਸਟੈਂਟ ਹੈ ਤਾਂ ਇਟ ਇਜ਼ ਕਾਲਡ ਆਈਸੋਥਰਮਲ ਪ੍ਰੋਸੈਸ। ਜੇ ਵੋਲਿਊਮ ਕਾਂਸਟੈਂਟ ਹੈ ਤਾਂ ਇਟ ਇਜ਼ ਆਈਸੋਕੋਰਿਕ ਪ੍ਰੋਸੈਸ। ਜੇ ਪ੍ਰੈਸ਼ਰ ਕਾਂਸਟੈਂਟ ਹੈ ਇਟ ਇਜ਼ ਆਈਸੋਬਾਰਿਕ ਪ੍ਰੋਸੈਸ। ਨਾਓ let us try to understand it in a better way। isothermal process, ਆਪਾਂ ਕਿਹਾ temperature does not change। suppose initially system ਦਾ temperature TI ਸੀ, ਕੁਝ ਸਮੇਂ ਬਾਅਦ system ਦਾ temperature change ਹੋ ਕੇ final temperature TF ਹੋ ਗਿਆ। ਇਹਦਾ ਮਤਲਬ ਜੇ change in temperature 0 ਹੈ, there is no change in temperature, TI is equal to TF। ठीक है, तो ਇਹਦਾ मतलब डेल्टा T change in temperature is 0। ਇਹਨੂੰ मैं differential of T भी कह सकती हैं कि वो भी 0 है। ओके, नेक्स्ट ਜਿਹੜਾ ਇੱਥੇ ਆਪਾਂ ਦੇਖਿਆ that is isocoric process। isocoric process ਦਾ मतलब ਹੁੰਦਾ ਹੈ ਕਿ ਜਦੋਂ volume change is 0, मतलब जिन्ना initial volume सी उन्ना ही final volume है। ठीक है, dV यानी कि small change in volume is also 0। और lastly अपन isobaric process करते हैं। isobaric process का मतलब की होएगा? isobaric means कि pressure change is 0। that means initial pressure is equal to final pressure। delta P 0 है, या ये भी कह सकते हैं कि differential of P is 0। नेक्स्ट आ जाते हैं एडियाबैटिक प्रोसेस। एडियाबैटिक प्रोसेस की होंगे हैं? एडियाबैटिक प्रोसेस होंगे हैं ਜਦੋਂ ਕੋਈ ਸਿਸਟਮ ਔਰ ਸਰਾਊਂਡਿੰਗ ਦੇ ਵਿਚਕਾਰ ਕੋਈ ਐਕਸਚੇਂਜ ਆਫ ਹੀਟ ਨਹੀਂ ਹੋ ਰਹੀ, ਉਹਨੂੰ ਆਪਾਂ ਕਹਿੰਦੇ ਹਾਂ ਐਡੀਆਬੈਟਿਕ ਪ੍ਰੋਸੈਸ। ਐਡੀਆਬੈਟਿਕ ਪ੍ਰੋਸੈਸ ਨੂੰ ਥੋੜਾ ਜਿਹਾ ਹੋਰ ਬੈਟਰ ਸਮਝਦੇ ਹਾਂ ਆਪਾਂ। ਸਪੋਜ਼ ਸਿਸਟਮ ਔਰ ਸਰਾਊਂਡਿੰਗ ਦੇ ਵਿਚਕਾਰ ਲਾਈਕ ਦਿਸ ਕੋਈ ਹੀਟ ਐਕਸਚੇਂਜ ਨਹੀਂ ਹੋ ਰਹੀ, ਮਤਲਬ ਨਾ ਤਾਂ ਸਿਸਟਮ ਬਾਹਰੋਂ ਦੀ ਹੀਟ ਲੈ ਰਿਹਾ ਹੈ, ਨਾ ਹੀ ਇਹ ਬਾਹਰ ਵੱਲ ਨੂੰ ਹੀਟ ਰਿਲੀਜ਼ ਕਰ ਰਿਹਾ ਹੈ। that means delta Q is equal to 0। such a system is called adiabatic process।
ओके। नेक्स्ट है साइक्लिक प्रोसेस। सो साइक्लिक प्रोसेस की चीज होएगी? साइक्लिक प्रोसेस ਦਾ ਮਤਲਬ ਹੁੰਦਾ ਹੈ ਕਿ ਜੇ ਸਪੋਜ਼ ਸਿਸਟਮ ਜਿਹੜਾ ਹੈ ਉਹ ਇਸ ਪੁਆਇੰਟ ਤੋਂ ਸ਼ੁਰੂ ਹੋਇਆ, started, ठीक, तो टेम्परेचर बदलता, प्रेशर बदलता एंड इट रीचेस फ्रॉम पॉइंट ए टू स्टेट बी, and again temperature and pressures are changed in such a way that B changes and reaches back at A. So this process where initial and final states of the process are same. इनु याद रखो, where initial and final states after a process, एक प्रोसेस कंप्लीट होने के बाद इनिशियल स्टेट ही अल्टीमेटली फाइनल स्टेट, मतलब प्रोसेस पूरा होने के बाद सिस्टम दोबारा फिर इनिशियल स्टेट ते ही आ गया। सो इस तरह के प्रोसेस ਨੂੰ ਕਿਹਾ ਜਾਂਦਾ ਹੈ ਸਾइक्लिक प्रोसेस। ਇੱਥੇ ਜਿਹੜਾ ਹੈ चेंज इन स्टेट फंक्शंस मस्ट बी 0। ਇਹਦਾ मतलब ਕੀ ਹੋਇਆ कि जिस तरह टेम्परेचर है, ठीक है, जिस तरह टेम्परेचर है T1, इनिशियली Ti कह सकते हैं ते फाइनली भी जिन्ना टेम्परेचर इनिशियली सी फाइनली भी उन्ना ही है। सो जिहड़ी चेंज आएगी दैट विल बी इक्वल टू 0। जिन्ने भी स्टेट फंक्शन होंगे उन्हां दे विच जिहड़ी चेंज है दैट विल बी 0। नेक्स्ट थिंग इज what are differences between reversible and irreversible process? So reversible और irreversible process ਨੂੰ ਪਹਿਲਾਂ ਆਪਾਂ ਅੰਡਰਸਟੈਂਡ ਕਰਦੇ ਹਾਂ ਤਾਂ ਹੀ ਆਪਾਂ ਇਹਦੇ ਵਿਚਕਾਰ ਦੇ ਡਿਫਰੈਂਸਸ ਸਮਝ ਪਾਵਾਂਗੇ। ਸੋ ਰਿਵਰਸੀਬਲ ਪ੍ਰੋਸੈਸ ਉਹ ਪ੍ਰੋਸੈਸ ਹੁੰਦਾ ਹੈ ਕਿ ਜਦੋਂ ਅਸੀਂ ਡਰਾਈਵਿੰਗ ਫੋਰਸ ਔਰ ਆਪੋਜ਼ਿੰਗ ਫੋਰਸ ਇਹਨਾਂ ਦੋਨਾਂ ਫੋਰਸਸ ਦੇ ਵਿੱਚ ਮਾੜਾ ਜਿਹਾ ਡਿਫਰੈਂਸ ਦੇਖਦੇ ਹਾਂ ਨਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਰਿਵਰਸੀਬਲ ਪ੍ਰੋਸੈਸ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਦੇ ਹਾਂ। ਸਪੋਜ਼ ਆਪਣੇ ਕੋਲੇ ਇੱਕ ਸਿਲੰਡਰ ਹੈ ਜਿੰਦੇ ਵਿੱਚ ਗੈਸ ਫਿਲ ਕੀਤੀ ਹੋਈ ਹੈ, ਠੀਕ ਹੈ, ਤੇ ਇਹਨੂੰ ਅਸੀਂ ਇੱਕ ਪਿਸਟਨ ਦੇ ਨਾਲ ਫਿਟ ਕੀਤਾ ਹੋਇਆ। ਪਿਸਟਨ ਸਮਝਦੇ ਹੋ, ਜਿਵੇਂ ਪਿਚਕਾਰੀ ਦੇ ਵਿੱਚ ਹੁੰਦੀ ਹੈ ਜਾਂ ਸਾਈਕਲ 'ਚ ਹਵਾ ਭਰਨ ਵਾਲੇ ਪੰਪ ਦੇ ਵਿੱਚ ਇਸ ਤਰ੍ਹਾਂ ਪਿਸਟਨ ਹੈ जो कि इस सिलेंडर दे अंदर मूव कर सकती है ते बाहर वाल भी मूव कर सकती है। हुण इस गैस दा प्रेशर जिहड़ा है, जिहड़ा इहदे अंदर फिल कीता होया है, दैट इज P, P प्रेशर ऑफ गैस। जे आपां पिस्टन दे बाहरों दी P एक्सटर्नल प्रेशर अप्लाई कर रहे हैं, जेकर P और P एक्सटर्नल ये बराबर है, मतलब मान लो इनके अंदर 4 एटमॉस्फेयर प्रेशर है ते असी भी बाहरों दी 4 एटमॉस्फेयर प्रेशर ही दे रहे हैं, तब पिस्टन मूव नहीं करेगी, ठीक है। ते जे असी जरा जा प्रेशर वधाता 4.01 एक्सटर्नल प्रेशर असी जरा जा वधाता तां की होएगा कि पिस्टन थोड़ी जी अंदर वाल नूं मूव कर जाएगी, ठीक। और इसी तरह सपोज असी इनका प्रेशर एक्सटर्नल प्रेशर जिहड़ा है वो 3.99 करता, मतलब थोड़ा जा घटाता, तो एज अ रिजल्ट गैस एक्सपैंड कर जाएगी, ठीक है। कहने का मतलब ये है कि ड्राइविंग फोर्स और अपोजिंग फोर्स, ड्राइविंग फोर्स है P एक्सटर्नल, अपोजिंग फोर्स है जो प्रेशर ऑफ गैस है, इन्हां दोनों विचकार बहुत थोड़ा जा अंतर है। There is very small change, small difference। इस small difference ਨੂੰ बड़ी easily achieve ਕੀਤਾ ਜਾ ਸਕਦਾ ਹੈ ਜਦੋਂ ਕੋਈ ਸਿਸਟਮ ਜਿਨ੍ਹਾਂ ਵਿੱਚ ਦੋ opposing forces, ਇੱਕ ਡਰਾਈਵਿੰਗ ਫੋਰਸ ਔਰ ਇੱਕ opposing force ਦੇ ਵਿਚਕਾਰ ਬਹੁਤ ਘੱਟ ਗੈਪ ਹੋਵੇ, ਜਿਹਨੂੰ ਅਸੀਂ ਬੜੇ ਸੌਖੇ ਹੀ ਤਰੀਕੇ ਨਾਲ ਅਚੀਵ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਦੇ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਰਿਵਰਸੀਬਲ ਪ੍ਰੋਸੈਸ। सो रिवर्सिबल प्रोसेस जिहड़ा है दैट टेक्स इनफाइनाइट टाइम। इनका मतलब की होया कि प्रोसेस होया या नहीं होया, सानू तो देखण नूं यही लगदा ना कि उनदे विच इक्विलिब्रियम है, कि मैजरेबल चेंज तो कोई आ ही नहीं रही,
system remains in thermodynamic equilibrium between system and surroundings. ठीक है, so practically ਅਸੀਂ ਦੇਖਦੇ ਹਾਂ ਕਿ ਕੋਈ ਵੀ process reversible ਨਹੀਂ ਹੁੰਦਾ, okay? ਤਕਰੀਬਨ processes ਜਿਹੜੇ ਹੈ ਉਹ irreversible ਹੁੰਦੇ ਹੈ, ਕੁਦਰਤ ਦੇ ਵਿੱਚ ਹੋਣ ਵਾਲੇ ਸਾਰੇ processes irreversible ਹੁੰਦੇ ਹੈ ਔਰ ਉਹ ਇੱਕ ਨਿਸ਼ਚਿਤ ਸਮੇਂ 'ਚ ਹੋ ਜਾਂਦੇ ਹੈ, ਠੀਕ ਹੈ? ਔਰ irreversible processes ਦੇ ਵਿੱਚ system or surroundings ਦੇ ਵਿਚਕਾਰ there is no equilibrium throughout the process. So I hope ਕਿ reversible or irreversible process ਦੇ ਵਿੱਚ ਤੁਹਾਨੂੰ differences clear ਹੋ ਗਏ ਹੋਣਗੇ, ਬਹੁਤ ਹੀ important ਹੁੰਦੇ ਹੈ differences, so ਇਹਨਾਂ ਨੂੰ note ਕਰੋ ਔਰ learn ਕਰਨਾ। तो बेटा जी हुन मैं उम्मीद करती हैं कि ਤੁਹਾਨੂੰ ਅੱਜ ਦਾ ਇਹ ਇੰਟਰੋਡਕਟਰੀ ਲੈਕਚਰ ਥਰਮੋਡਾਇਨਾਮਿਕਸ ਚੈਪਟਰ ਦਾ ਅੱਛੀ ਤਰ੍ਹਾਂ ਸਮਝ ਆਇਆ ਹੋਵੇਗਾ। ਸੋ ਅੱਜ ਆਪਾਂ ਪੜਿਆ ਕੀ ਹੈ, ਇੱਕ ਵਾਰੀ ਜ਼ਰਾ ਰਿਵਾਈਜ਼ ਕਰ ਲਈਏ। ਫਸਟ ਆਫ ਆਲ ਵੀ ਹੈਵ ਡਨ ਦੀ ਡੈਫੀਨੇਸ਼ਨ ਆਫ ਥਰਮੋਡਾਇਨਾਮਿਕਸ, ਉਸ ਦੇ ਬਾਅਦ ਆਪਾਂ ਸਿਸਟਮ ਔਰ ਸਰਾਊਂਡਿੰਗਸ ਪੜ੍ਹੇ, फिर ਆਪਾਂ ओपन क्लोज्ड एंड आइसोलेटेड सिस्टम पढ़े, then we studied state function ਕੀ ਹੁੰਦਾ ਹੈ, path function ਕੀ ਹੁੰਦਾ ਹੈ, extensive property ਕੀ ਹੈ, intensive property ਕੀ ਹੈ, then ਆਪਾਂ processes ਦੀਆਂ types ਕੀਤੀਆਂ। ਹਾਲਾਂਕਿ processes ਦੀਆਂ types ਕਾਫੀ infinite ਹੁੰਦੀਆਂ, but thermodynamics ਦੇ ਵਿੱਚ mainly ਜਿਵੇਂ ਆਪਾਂ ਅੱਜ ਸਟੱਡੀ ਕੀਤੇ ਹੀ ਹੈ, ਆਈਸੋਥਰਮਲ, ਆਈਸੋਬਾਰਿਕ, ਆਈਸੋਕੋਰਿਕ, ਐਡੀਆਬੈਟਿਕ, ਸਾਈਕਲਿਕ, ਇਹ processes mainly ਆਪਾਂ ਨੂੰ ਆਣੇ ਚਾਹੀਦੇ ਆ। ਇਸ ਤੋਂ ਇਲਾਵਾ ਥਰਮੋਡਾਇਨਾਮਿਕ ਇਕੁਇਲਿਬ੍ਰੀਅਮ ਮਤਲਬ ਕਿ ਦੋ ਆਪੋਜ਼ਿਟ ਚੀਜ਼ਾਂ ਜਿਹੜੀਆਂ ਉਹ ਬੈਲੈਂਸਡ ਫਾਰਮ ਦੇ ਵਿੱਚ ਹੈ, ਠੀਕ, ਯਾਨੀ ਕਿ ਰਿਵਰਸਿਬਲ ਔਰ ਇਰਰਿਵਰਸਿਬਲ ਪ੍ਰੋਸੈਸਸ ਦੇ ਵਿੱਚ ਡਿਫਰੈਂਸਸ ਪੜ੍ਹੇ ਹੈ। ਸੋ ਪ੍ਰੈਕਟੀਕਲੀ ਕੁਦਰਤ ਦੇ ਵਿੱਚ ਹੋਣ ਵਾਲੇ ਸਾਰੇ ਥਰਮੋਡਾਇਨਾਮਿਕ ਪ੍ਰੋਸੈਸਸ ਇਰਰਿਵਰਸਿਬਲ ਹੁੰਦੇ, ਠੀਕ ਹੈ। ਸੋ ਨੋਟਸ ਬੇਟਾ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੋਂ ਲੈ ਸਕਦੇ ਹੋ, ਬਟ अगेन आई विल रिकमेंड यू PDF ਦੇ ਪ੍ਰਿੰਟ ਆਊਟਸ ਨਹੀਂ ਨਿਕਲਵਾਣੇ, ਖੁਦ ਲਿਖ ਕੇ ਨੋਟਸ ਆਪਣੀਆਂ ਕਾਪੀਜ਼ ਤੇ ਤੁਸੀਂ ਜਨਰੇਟ ਕਰਨੇ। ਸੋ ਸਟੇ ਸੇਫ, ਵਿਸ਼ ਯੂ ਹੈਪੀ ਲਰਨਿੰਗ, ਥੈਂਕ ਯੂ।